ਏ ਗੁਰੂ ਸਾਹਿਬ ਜੀਓ, ਮੈਂ ਨਹੀਂ ਕਛ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨਾ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ। ਅੰਤਰ ਬਾਹਰ ਏਕ ਤੂੰ, ਆਪੇ ਦੇਹ ਬੁਝਾਈ ਰਾਮ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ। ਅੰਤਰ ਬਾਹਰ ਏਕ ਤੂੰ, ਆਪੇ ਦੇਹ ਬੁਝਾਈ ਰਾਮ। ਆਪੇ ਦੇਹ ਬੁਝਾਈ ਅਵਰ ਨਾ ਭਾਈ। ਗੁਰਮੁਖ ਹਰ ਰਸ ਚਾਖਿਆ, ਦਰ ਸਾਚੈ ਸਦਾ ਹੈ ਸਾਚਾ। ਸਾਚੈ ਸ਼ਬਦ ਸੁਭਾਖਿਆ, ਘਰ ਮਹਿ ਨਿਜ ਘਰ ਪਾਇਆ। ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ। ਸਈ ਮਹਿਲ ਪਾਇਨਾ, ਮਤ ਪਰਵਾਣ ਸਚ ਸਾਈ। ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। ਨਾਨਕ ਜੋ ਨਾਮ ਰਤੇ, ਸਈ ਮਹਿਲ ਪਾਇਨ। ਮਤ ਪਰਵਾਣ ਸਤ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣਾ। ਇੱਕ ਵਾਰ ਆਸੀਸ ਦਿੰਦਿਆਂ
ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਸਾਹਿਬ ਦਾ ਦਰ ਖੁੱਲ੍ਹਿਆ, ਬਖਸ਼ਿਸ਼ ਹੋਈ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ ਤੇ ਸਾਨੂੰ ਇਹ ਦ੍ਰਿੜ ਕਰਾਉਂਦੇ ਨੇ ਕਿ ਭਾਈ ਇਸ ਉਪਦੇਸ਼ ਨੂੰ, ਇਸ ਵਿਚਾਰ ਨੂੰ ਅਸੀਂ ਹਿਰਦੇ ਕਰਕੇ ਮੰਨ ਸਕੀਏ। ਤੇ ਅੱਜ ਮਹਾਰਾਜ ਨੇ ਸਾਨੂੰ ਦੁਹਰਾ ਕੇ ਇੱਕ ਗੱਲ ਦੱਸੀ ਹੈ ਕਿ ਭਾਈ ਜਿਹੜੇ ਅਸੀਂ ਆਪਣੇ ਵੱਲੋਂ ਕੁਝ ਕਰਮ ਕਰਕੇ ਕਹਿ ਦੇਣੇ, ਦੇਖੋ ਜੀ ਮੈਂ ਆਹ ਕਰ ਲਿਆ, ਮੈਂ ਆਹ ਕਰ ਲਿਆ, ਕੇਵਲ ਇੰਨੇ ਕੁ ਦੇ ਨਾਲ ਗੱਲ ਨਹੀਂ ਬਣਨੀ। ਸਾਨੂੰ ਇਹ ਤੋਂ ਅੱਗੇ ਵੀ ਕੁਝ ਚਾਹੀਦਾ ਹੈ। ਅਸੀਂ ਪਾਠ ਕਰ ਲਿਆ, ਮੱਥਾ ਟੇਕਿਆ, ਬਹੁਤ ਕੁਝ ਕੀਤਾ ਹੈ, ਪਰ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਇੱਕ ਚੀਜ਼ ਹੋਰ ਪਾ ਦਿਓ, ਉਹ ਹੈ ਵਿਵੇਕ ਬੁੱਧੀ, ਸਿਆਣਪ। ਔਰ ਇਸ ਨੂੰ ਅਸੀਂ ਕਹਿੰਦੇ ਨਾ ਵਿਵੇਕ ਬੁੱਧੀ। ਮਹਾਰਾਜ ਨੇ ਕਿਹਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਆਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਉ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਦਾ ਭਾਵ ਹੈ ਸਿਆਣਪ, ਸਮਝਦਾਰੀ। ਕਈ ਅਰਥਾਂ ਦੇ ਨਾਲ, ਕਈ ਸ਼ਬਦਾਂ ਦੇ ਭੇਦਾਂ ਦੇ ਨਾਲ ਵਿਵੇਕ ਬੁੱਧੀ ਨੂੰ ਪ੍ਰਗਟ ਕਰਨ ਦਾ ਸਾਡੇ ਵਡੇਰੇ ਵਿਦਵਾਨਾਂ ਨੇ ਯਤਨ ਕੀਤੇ। ਹੰਸ ਦਾ ਉਦਾਹਰਨ ਲੋਕ ਦਿੰਦੇ ਹੁੰਦੇ ਨੇ ਕਿ ਦੇਖੋ ਜੀ ਹੰਸ ਵਿਵੇਕੀ ਹੈ। ਵਿਵੇਕੀ ਦਾ ਮਤਲਬ ਹੈ ਇੱਥੇ ਕਿ ਜੋ ਗਲਤ ਚੀਜ਼ ਦਾ ਉਪਯੋਗ ਕਦੇ ਵੀ ਨਹੀਂ ਕਰੇਗਾ। ਉਹ ਖਾਣ ਪੀਣ, ਪਹਿਨਣ, ਉੜਨ ਹਰ ਥਾਂ 'ਤੇ ਸਿਆਣਪ ਵਰਤੇਗਾ ਅਤੇ ਜੋ ਗਲਤ ਹੋਏਗਾ ਉਹਨੂੰ ਉੱਥੇ ਛੱਡ ਦੇਗਾ। ਦੇਖੋ ਜੀ ਉਹਨੂੰ ਦੁੱਧ ਪਾਣੀ ਮਿਲਾ ਕੇ ਕੋਈ ਧਰ ਦੇਵੇ ਅਤੇ ਉਹਦੀ ਚੁੰਝ ਵਿੱਚ ਕੁਦਰਤ ਨੇ ਤਾਸੀਰ ਪਾਤੀ ਹੈ ਕਿ ਜਦੋਂ ਉਹਦੇ ਵਿੱਚ ਪਾਣੀ 'ਚ ਚੁੰਝ ਪਾਉਂਦਾ ਹੈ, ਦੁੱਧ ਫਟ ਜਾਂਦਾ ਹੈ, ਉਹ ਦੁੱਧ ਦੀਆਂ ਫੁੱਟੀਆਂ 'ਤੇ ਚੁਗ ਲੈਂਦਾ ਅਤੇ ਪਾਣੀ ਛੱਡ ਦਿੰਦਾ। ਇਹ ਇੱਕ ਉਦਾਹਰਣ ਹੈ। ਉਂਝ ਪਤਾ ਨਹੀਂ ਸਾਡੇ 'ਚੋਂ ਕਦੇ ਕਿਤੇ ਵੇਖਿਆ ਕਿ ਨਹੀਂ ਵੀ ਕਿਸੇ ਹੰਸ ਨੂੰ ਦੁੱਧ ਇੱਦਾਂ ਪਿਲਾਇਆ ਹੋਵੇ, ਪਰ ਇਹ ਵਿਵੇਕ ਬੁੱਧੀ ਦਾ ਇੱਕ ਐਗਜ਼ਾਮਪਲ ਹੈ ਦਾਰਸ਼ਨਿਕ ਮੰਡਲ ਦਾ। ਵੀ ਜੋ ਵਿਵੇਕ ਬੁੱਧੀ ਦਾ ਮਾਲਕ ਹੈ ਨਾ, ਉਹ ਪਿਓਰਿਟੀ ਨੂੰ ਹੀ ਚੁਣੇਗਾ, ਪਵਿੱਤਰਤਾ ਨੂੰ ਚੁਣੇਗਾ, ਸ਼੍ਰੇਸ਼ਟਤਾ ਨੂੰ ਚੁਣੇਗਾ, ਸਿਰਮੌਰ ਚੁਣੇਗਾ, ਮੋਤੀ ਚੁਣੇਗਾ। ਹੰਸ ਨੂੰ ਕਿਹਾ ਜਾਂਦਾ ਮੋਤੀ ਚੁਗਦਾ ਹੈ। ਅਤੇ ਦੁਨੀਆ ਦੇ ਜਿੰਨੇ ਵੀ ਦਾਣੇ ਮੰਨੇ ਜਾਂਦੇ ਨੇ, ਮੋਤੀ ਸ਼੍ਰੇਸ਼ਟ ਦਾਣਾ ਹੈ। ਜਿਵੇਂ ਪੱਥਰਾਂ 'ਚੋਂ ਹੀਰਾ ਸ਼੍ਰੇਸ਼ਟ ਹੈ, ਅਤੇ ਜਿਵੇਂ ਜਿੰਨੇ ਛੋਟੇ ਗੋਲ ਦਾਣੇ ਦਾਣਾ ਆਦਿਕ ਦੇ ਮੰਨੇ ਜਾਂਦੇ ਨੇ, ਉਹਨਾਂ 'ਚੋਂ ਮੋਤੀ ਸ਼੍ਰੇਸ਼ਟ ਹੈ। ਇਸ ਕਰਕੇ ਕਹਿੰਦੇ ਨੇ ਜੀ ਮੋਤੀ ਚੁਗਦਾ ਹੈ, ਭਾਵ ਉਹ ਸ਼੍ਰੇਸ਼ਟ ਤੋਂ ਗ੍ਰਹਿਣ ਕਰਦਾ ਹੈ। ਸਾਡੇ ਵਿੱਚ ਵੀ ਵਿਵੇਕ ਬੁੱਧੀ ਦਾ ਮਤਲਬ ਹੈ ਸੀ ਜੋ ਸਰਵੋਤਮ ਹੈ ਉਸ ਨੂੰ ਚੁੱਕ ਲਓ। ਅਤੇ ਹਰ ਥਾਂ ਦਾ, ਹਰ ਸਮੇਂ ਦਾ ਸਭ ਤੋਂ ਉੱਤਮ ਅਲੱਗ-ਅਲੱਗ ਹੁੰਦਾ ਹੈ। ਅਸੀਂ ਵੇਖਿਆ ਆਪਣੇ ਘਰਾਂ ਪਰਿਵਾਰਾਂ 'ਚ ਆਪਣੇ ਸੁਭਾਵਿਕ ਜੀਆਂ ਨੂੰ, ਜਿਹੜੇ ਥੋੜ੍ਹੇ ਜਿਹੇ ਸਮਝਦਾਰ ਜੀ ਨੇ, ਬਾਜ਼ਾਰ 'ਚ ਸਬਜ਼ੀ ਵੀ ਲੈਣ ਜਾਣਗੇ ਅਤੇ ਚੰਗੀ ਚੰਗੀ ਚੁਣਨਗੇ। ਹੁਣ ਉੱਤਮ ਚੁਣ ਰਹੇ ਨੇ। ਹੁਣ ਉੱਥੇ ਮੋਤੀ ਨਹੀਂ ਗਏ ਬੇਸ਼ੱਕ, ਬਸ ਸਬਜ਼ੀ ਹੀ ਹੈ, ਪਰ ਇੱਕ ਇੱਕ ਦਾਣਾ ਛਾਂਟ ਕੇ ਚੁਣ ਚੁਣ ਕੇ ਲੈ ਰਹੇ ਨੇ। ਬਸਤਰ ਕੱਪੜਾ ਖਰੀਦਣ ਜਾਂਦੇ ਨੇ ਅਤੇ ਵਧੀਆ ਖਰੀਦਦੇ ਨੇ, ਜ਼ਰੂਰੀ ਨਹੀਂ ਕੋਈ ਬ੍ਰਾਂਡਡ ਹੀ ਖਰੀਦਣਗੇ, ਪਰ ਨਹੀਂ, ਬਿਹਤਰੀਨ ਕੁਆਲਿਟੀ ਲੱਭਣਗੇ, ਬਿਹਤਰੀਨ ਰੰਗ, ਡਿਜ਼ਾਈਨ, ਸਭ ਉਹਨਾਂ ਦਾ ਬਿਹਤਰੀਨ ਹੋਏਗਾ। ਇਸੇ ਤਰ੍ਹਾਂ ਹਰ ਕਰਤੱਵ ਨੂੰ ਜੋ ਚੰਗੇ ਨੂੰ ਚੁਣਦਾ ਹੈ, ਇਹ ਤੇ ਹੰਸ ਹੈ। ਸਾਨੂੰ ਇੱਕ ਸ਼ਬਦ ਮਹਾਰਾਜ ਨੇ ਵਢਾ ਕੇ ਦਿੱਤਾ ਹੈ, ਵੱਡ ਹੰਸ। ਹੰਸ ਸੰਸਾਰ ਦੇ ਪੰਛੀ ਨੂੰ ਕਹਿੰਦੇ ਨੇ, ਪਰ ਸਿੱਖਿਆ ਗੁਰਸਿੱਖਾਂ ਨੂੰ ਵੱਡ ਹੰਸ ਵੀ ਕਿਹਾ। ਮਨੁੱਖ ਸ਼੍ਰੇਣੀ ਵਿੱਚ ਜਦੋਂ ਇਸ ਤੱਤ ਨੂੰ ਵਿਚਾਰਿਆ ਮਹਾਰਾਜ ਨੇ, ਅਤੇ ਵੱਡ ਹੰਸ ਸ਼ਬਦ ਵਰਤੇ ਇੱਕ ਥਾਂ ਪੜ੍ਹਿਆ ਨਾ, ਮੈਂ ਜਾਣਿਆ ਵੱਡ ਹੰਸ ਹੈ।
वडहंस का मतलब महाराज ने कहा भी जो सब तो श्रेष्ठ है, हंस पक्षियों चों जंतुओं चों जीवां चों श्रेष्ठ होएगा, तो जो सारियां तो श्रेष्ठ है मनुख, तो जो मनुखों चों श्रेष्ठ होवे उन्होंने वडहंस कहते हैं, जिन्हों संत कह सकीए, क्योंकि उन्होंने संत वेख के मगर तुरे सा ना। जो श्लोक विच जो संकल्प है कि असीं ते संत वेख के मगर तुर पे, सानू की पता सी पाखंडी है। संत श्रेष्ठ है, मनुखता दा शिखर, मनुखता दी कड़ी दा मोती संत है। ये ठीक है अज गाहे बगाहे संत दे नां ते बहुत कुछ दाएं बाएं दे विचार मिलते हैं, होणगे असीं टिप्पणी नहीं करते, सदियां तो रहा है, सदियां तक रहना है, पर बावजूद इसके गुरु नानक साहब गुरबाणी बार बार कहते नहीं संत है, क्योंकि जो है उससे दी तो कोई नकल करेगा ना, जो है ही नहीं उसकी नकल कितों करेगा। ठीक है संत के नाँ ते नकलां वरतदियां होणगियां, लोग पाखंड ते आडंबर रचदे होणगे, ठीक है भला है, पर संत है वो श्रेष्ठ है, साडा वडहंस है। महाराज कहते हैं सानूं विवेक बुद्धि चाहिए जीवन दे विच, जिथे भी बैठे आ, जिस भी आधार ते आ, जिस भी पद्धर ते आ, जिस भी थां ते काम करदे आ, उत्थों चंगे नूं चुन लो। बस जिथे भी काम करदे चंगा चुन लो, तो जो चंगा चुनन की आदत पै जाएगी, फिर अगला होएगा कि जो चुनिया नूं वरतो भी। ऐसा तो नहीं लिया के घर सजाई जो साढ़े घर च कईयां नूं आदतां हुंदियां ने, बाजार चों खरीद के लिया के अलमारियां भर लेंदे, दुमा तमाम समान खरीद के दीवारां ते टंगिया होए, चंगा जो मिलिया खरीद लिया, चंगा जो मिलिया खरीद लिया। भाई जो चंगा मिलिया जे खरीदिया जे चुनिया जे, हुण उसनूं केवल घर सजाण तक मत रखो, उहदी वरतों भी करो। मनुख मंडल विच हाँ चंगे ख्याल, चंगे विचार, चंगा आचरण, चंगा किरदार, चंगे बोल चुनिए, चुन के ग्रहण करिए, पर केवल गल्लां बातां लई नहीं, फिर इसनूं वरतीए, चंगे बोल वरतीए, चंगा आचरण करिए, चंगा व्यवहार करिए, साडा किरदार चंगा होवे, साडा आचार चंगा होवे, ते लोग कहणगे चंगा बंदा है। जे तीन चार चीज़ां साडे कोल चंगियां होण ते असीं चंगे हो जावांगे। बस गुरुदेव किरपा करन असीं विवेक बुद्धि नूं प्राप्त कर सकीए। पर चेता एक होर रखी अगली गल, विवेक बुद्धि की प्राप्ति कि आपे हो जाएगी। बहुत गहरा रहस्य है कि मैं जावां तो मैं कहां जी मैनूं विवेक मिल जाए, महाराज कहने लगे थोड़ा जिहा अगे चलना पैना। विवेक बुद्धि जिस चीज़ के उत्ते ठहरदी है वो है मत। असां ने वेख्या ना अपने अंदरूनी स्ट्रक्चर नूं, जो साडे जिवें असीं अपने शरीर के ताणे बाणे नूं देखदे हां, किते अपने बाकी अंदरूनी जो आदर्श ताणा बना है उसनूं देखिए, सुरत मत मन ते बुद्ध। सब तो साडे नेड़े है सुरत, जिसनों असीं विसारी बैठे आ, फिर है मन सुरत नखमा करना, फिर है मत, फिर है मन ते फिर है बुद्ध। सुरत मत मन बुद्ध, बुद्ध पंज चौथे पड़ाव ते है। पंजवां है महाराज का बच्चा बख्शिया होया तत् सुध। हुण इहदे विचों अज महाराज कहते हैं जो मत है ना, मत का अपना काम है। जदों असीं इन्हां दा विश्लेषण करांगे इन्हां पंजां दा, तो सानू समझ आएगी कि सुरत का काम विश्लेषण करना नहीं है, सुरत का काम सुनना है, जुड़ना है। दो ही काम वड्डे सुरत दे ने। सुरत करके सुनिया जा सकता है, सुरत करके किस नाल जुड़िया जा सकता है। आम तौर पर मोटे मोटे तौर पर सुरत नूं लोग ध्यान भी कह देंदे ने। इस सुरती नूं ही जिन्हों असीं सुरत कहने आ, इनू अलग अलग तरीकों के शक्ति ते पावर कहा जाता है। लोगों ने इसे नूं कुंडलनी भी कहा है। साडे अंदर है सुप्त है, शांत है। महाराज भी कहते हैं बहुते सुरत सुती पई है, सानू अपनी सुरत की होश नहीं। तो साडा गुरु दे नाल संबंध भी इस सुरत के सदके ही है। शब्द गुरु ने, जे गुरु शब्द रूप ने, तो सिख ने किस रूप च बनना पैना? सिख नूं सुरत रूप च आउणा पैना। जे गुरु शरीर रूप ने तो सिख भी शरीर रूप च आउणगे। तो जे गुरु शब्द रूप हो गए ने तो फिर की सिख आखे जी मैं तो पंज तत्त का हड्ड मास नाड़ी को पिंजर बन के आवां,
ਤੇ ਮੈਨੂੰ ਗੁਰੂ ਨਾਲ ਸਾਂਝ ਪੈ ਜੇ ਨਹੀਂ, ਫਿਰ ਸਿੱਖ ਨੂੰ ਸੁਰਤ ਆਰੂੜ ਹੋਣਾ ਪੈਣਾ। ਫਿਰ ਸਿੱਖ ਨੂੰ, ਜਿਵੇਂ ਅਸੀਂ ਇੱਥੋਂ ਤੱਕ ਪਹੁੰਚਣ ਵਾਸਤੇ ਕਿਸੇ ਨੇ ਸਾਈਕਲ ਵਰਤਿਆ ਹੋਵੇਗਾ, ਕਿਸੇ ਨੇ ਕਾਰ ਵਰਤੀ ਹੋਏਗੀ, ਹੋ ਸਕਦਾ ਹੈ ਕੋਈ ਬਹੁਤ ਅਮੀਰ ਹੋਵੇ, ਕੋਈ ਆਪਣਾ ਨਿੱਜੀ ਉਡਣ ਖਟੋਲਾ ਲੈ ਕੇ ਆ ਜਾਏ, ਮੁਬਾਰਕ ਹੈ ਉਸ ਨੂੰ, ਠੀਕ ਹੈ। ਲੇਕਿਨ ਇੱਥੇ ਬੈਠਣ ਤੋਂ ਅੱਗੇ ਕਿਸ ਨੇ ਜਾਣਾ ਹੈ? ਆਹ ਤਾਂ ਇੱਕ ਪਲੇਟਫਾਰਮ ਹੈ ਨਾ। ਜਿਵੇਂ ਅਸੀਂ ਘਰੋਂ ਆਪਣੇ ਆਪਣੇ ਵਾਹਨ ਲੈ ਕੇ ਪਲੇਟਫਾਰਮ 'ਤੇ ਸਾਜੋ ਸਮਾਨ ਲੈ ਕੇ ਪਹੁੰਚ ਜਾਂਦੇ ਹਾਂ, ਪਲੇਟਫਾਰਮ ਤੋਂ ਤਾਂ ਸਾਨੂੰ ਅੱਗੇ ਗੱਡੀ ਦੂਜੀ ਮਿਲਦੀ ਨਾ, ਆਪਣੇ ਨਿੱਜੀ ਵਾਹਨ ਰੁਕ ਜਾਂਦੇ ਨੇ, ਉੱਥੋਂ ਤੇ ਇੱਕ ਹੋਰ ਗੱਡੀ ਮਿਲਦੀ ਹੈ ਜੋ ਸਮੂਹਿਕ ਹੁੰਦੀ ਹੈ। ਉਹ ਸਮੂਹਿਕ ਗੱਡੀ ਜਿਹੜੀ ਮਿਲਣੀ ਹੈ ਨਾ, ਉਹ ਇੱਥੋਂ ਮਿਲਣੀ ਹੈ। ਇੱਥੋਂ ਤੱਕ ਤੇ ਆਪਾਂ ਤੁਰ ਕੇ, ਚੱਲ ਕੇ, ਨੱਠ ਕੇ ਆ, ਜਿੱਦਾਂ ਵੀ ਹੋ ਸਕਿਆ ਬਣ ਕੇ ਆ ਗਏ। ਜਿਵੇਂ ਸਾਡੇ ਵਾਹਨ ਪਾਰਕ ਨੇ ਬਾਹਰ, ਸਰੀਰ ਨੇ ਇਸ ਪਲੇਟਫਾਰਮ 'ਤੇ ਪਾਰਕ ਹੋ ਜਾਣਾ ਹੈ। ਇਹ ਤੋਂ ਅੱਗੇ ਜੋ ਯਾਤਰਾ ਹੈ ਸੁਰਤ ਦੀ ਯਾਤਰਾ ਹੈ। ਫਿਰ ਸਿੱਖ ਨੇ ਸੁਰਤੀ 'ਤੇ ਆਰੂੜ ਹੋ ਕੇ, ਸੁਰਤੀ ਕੇ ਮਾਰਗ ਚੱਲ ਕੇ, ਉਲਟੀ ਨਦਰ ਪ੍ਰਗਾਸੀ, ਫਿਰ ਸੁਰਤੀ ਕੇ ਮਾਰਗ ਚੱਲਣਾ ਹੈ। ਇਸੇ ਕਰਕੇ ਸਾਡੇ ਵਡੇਰੇ ਕਹਿੰਦੇ ਨੇ, ਜਦੋਂ ਇੱਥੇ ਆ ਕੇ ਬੈਠੋ, ਹੁਣ ਸਰੀਰ ਨੂੰ ਟਿਕਾ ਦਿਓ ਅਤੇ ਕੀ ਕਰੀਏ? ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਦੇਖੋ। ਜੇ ਕੁਛ ਦੇਖਣਾ ਵੀ ਹੈ ਤਾਂ ਧਿਆਨ ਨਾਲ ਦੇਖਣਾ, ਜੇ ਕੁਝ ਸੁਣਨਾ ਹੈ ਤਾਂ ਧਿਆਨ ਦੇ ਨਾਲ ਸੁਣਨਾ। ਜੇ ਦੋਨਾਂ ਚੀਜ਼ਾਂ 'ਚ ਦੇਖਣ ਅਤੇ ਸੁਣਨ ਦੇ ਵਿੱਚ ਧਿਆਨ ਨਾ ਹੋਵੇ ਤਾਂ ਫਿਰ ਨਾ ਕੋਈ ਦੇਖਿਆ ਜਾਂਦਾ ਅਤੇ ਨਾ ਕੋਈ ਸੁਣਿਆ ਜਾਂਦਾ। ਬਹੁਤ ਵਾਰ ਐਸਾ ਹੋਇਆ, ਵਿਅਕਤੀ ਦੇ ਨੇਤਰ ਖੁੱਲ੍ਹੇ ਹੁੰਦੇ ਨੇ, ਪਰ ਵਿਅਕਤੀ ਦੂਜਾ ਲੰਘ ਜਾਂਦਾ ਹੈ, ਕਹਿੰਦਾ ਮੈਂ ਤਾਂ ਤੈਨੂੰ ਦੇਖਿਆ ਹੀ ਨਹੀਂ। ਅਗਲਾ ਕਹਿੰਦਾ ਤੂੰ ਦੇਖ ਰਿਹਾ ਸਾਂ, ਅੱਖਾਂ ਤੇਰੀਆਂ ਖੁੱਲ੍ਹੀਆਂ ਸੀ, ਪਰ ਤੇਰਾ ਧਿਆਨ ਕਿੱਥੇ ਸੀ? ਮੈਂ ਤਾਂ ਤੇਰੇ ਕੋਲੋਂ ਲੰਘ ਗਿਆ, ਤੇਰਾ ਧਿਆਨ ਕਿੱਥੇ ਸੀ? ਯਾਨੀ ਕਿ ਅੱਖਾਂ ਨਹੀਂ ਜੇ ਦੇਖਦੀਆਂ, ਅੱਖਾਂ ਤਾਂ ਸਿਰਫ ਸਾਧਨ ਨੇ, ਧਿਆਨ ਦੇਖਦਾ ਹੈ। ਅਸੀਂ ਧਿਆਨ ਦੇ ਸਦਕੇ ਦੇਖਦੇ ਹਾਂ। ਇਸ ਤਰ੍ਹਾਂ ਕੰਨ ਤੇ 24 ਘੰਟੇ ਖੁੱਲ੍ਹੇ ਰਹਿੰਦੇ ਨੇ। ਜਦੋਂ ਅਸੀਂ ਨੀਂਦ ਵਿੱਚ ਹੁੰਦੇ ਹਾਂ, ਕੰਨ ਤੇ ਉਦੋਂ ਵੀ ਖੁੱਲ੍ਹੇ ਨੇ, ਪਰ ਨਹੀਂ ਸੁਣਦੇ। ਇੱਥੇ ਬੈਠਿਆਂ ਵੀ ਵਿੱਚੋਂ ਧਿਆਨ ਨਿਕਲ ਜਾਏ, ਇਤਨਾ ਭਾਰੀ ਸਪੀਕਰ ਬੋਲਦਾ ਰਹਿੰਦਾ ਕਿ ਨਹੀਂ ਸ਼ਬਦ ਦਾ ਪਤਾ ਨਹੀਂ ਲੱਗਾ ਕੀ ਕਿਹਾ ਗਿਆ, ਭਾਈ ਕੀ ਬੋਲਿਆ ਗਿਆ, ਦੁਬਾਰਾ ਬੋਲਣਾ ਜਰਾ, ਪੁੱਛੀ ਜਾ ਕਿਉਂ? ਕਿਉਂਕਿ ਮੇਰਾ ਧਿਆਨ ਲਾਂਭੇ ਚਲਾ ਗਿਆ ਸੀ। ਬੈਠਾ ਤਾਂ ਮੈਂ ਉੱਥੇ ਹੀ ਸਾਂ, ਪਰ ਮੇਰਾ ਧਿਆਨ ਲਾਂਭੇ ਚਲਾ ਗਿਆ ਸੀ, ਇਸ ਕਰਕੇ ਉਹ ਸ਼ਬਦ ਸੈਂਟੈਂਸ ਪੂਰਾ ਨਹੀਂ, ਗੱਲ ਬਣ ਨਹੀਂ ਪਾਈ। ਧਿਆਨ ਹੀ ਸੁਣਦਾ ਹੈ, ਧਿਆਨ ਹੀ ਦੇਖਦਾ ਹੈ, ਅਤੇ ਅਸਾਂ ਧਿਆਨ ਹੀ ਕਰਨਾ ਹੈ। ਇਸੇ ਦਾ ਅਭਿਆਸ ਲੋਕ ਅੱਖਾਂ ਮੀਟ ਮੀਟ ਕਰਦੇ ਨੇ। ਮੁਬਾਰਕ ਆਪਣੇ ਤਾਂ ਹਰ ਕੋਈ ਕਰੇ, ਜੋ ਕਰਦਾ ਕਰੇ, ਪਰ ਅਸਾਂ ਨੇ ਸੁਰਤ ਸੁਣਨਾ ਹੈ, ਸੁਰਤ ਸਮਝਣਾ ਹੈ, ਸੁਰਤ ਦੇਖਣਾ ਹੈ। ਮਸਕੀਨ ਸਾਹਿਬ ਨਾਲ ਸਮਝਣਾ ਵੀ ਜੋੜਦੇ ਹੁੰਦੇ ਸੀ ਕਿ ਸੁਰਤ ਨਾਲ ਹੀ ਸੁਣਨਾ ਹੈ, ਸੁਰਤ ਨਾਲ ਹੀ ਸਮਝਣਾ ਹੈ, ਸੁਰਤ ਨਾਲ ਹੀ ਦੇਖਣਾ ਹੈ। ਸੁਰਤ ਦੇ ਨਾਲ ਅਗਲਾ ਪੱਖ ਕੀ ਹੋਵੇਗਾ? ਠੀਕ ਹੈ, ਸੁਰਤ ਬਾਰੇ ਅਸੀਂ ਗੱਲਾਂ ਕਰ ਲਵਾਂਗੇ, ਪਰ ਪਾਵਾਂਗੇ ਕਿੱਥੇ? ਦੇਖਾਂਗੇ ਕੀ? ਗ੍ਰਹਿਣ ਕਿੱਥੇ ਕਰਾਂਗੇ? ਜਿਵੇਂ ਅਸੀਂ ਕੁਝ ਪ੍ਰਾਪਤ ਕਰਨਾ ਹੁੰਦਾ ਤਾਂ ਸਾਡੇ ਕੋਈ ਪਲੇਟ ਚਾਹੀਦੀ ਹੈ ਨਾ। ਪੰਜਾਬੀ 'ਚ ਝੋਲੀ ਹੋਏਗੀ, ਪਲੇਟ ਹੋਏਗੀ, ਝੋਲਾ ਹੈ, ਕੁਛ ਤਾਂ ਹੋਏਗਾ ਨਾ। ਆ ਬੁੱਕ ਕਰਕੇ ਪ੍ਰਸ਼ਾਦ ਲੈਨੇ। ਮੰਨ ਲਓ ਅਸੀਂ ਕਦੇ ਕਦੇ ਬਾਜ਼ਾਰ ਜਾਂਦੇ ਹਾਂ ਅਤੇ ਬਾਜ਼ਾਰ ਵਿੱਚ ਅਸੀਂ ਕਹਿੰਦੇ ਆ ਸਾਮਾਨ ਦੇ ਭਾਈ, ਉਹ ਸਾਮਾਨ ਤੋਲ ਦਿੰਦਾ ਅਤੇ ਕਹਿੰਦਾ ਲਿਆ ਥੈਲਾ ਪਾ ਦਿਆਂ। ਸਾਡੇ ਕੋਲ ਤਾਂ ਥੈਲਾ ਕੋਈ ਨਹੀਂ, ਬੈਗ ਹੀ ਕੋਈ ਨਹੀਂ। ਕਹਿੰਦਾ ਜੀ ਮੇਰੇ ਕੋਲ, ਮੈਨੂੰ ਤਾਂ ਅਲਾਊਡ ਹੀ ਨਹੀਂ ਦੇਣਾ। ਆ ਕਦੇ ਕਦੇ ਬਾਜ਼ਾਰ 'ਚ ਹੁੰਦਾ ਨਾ, ਅਗਲਾ ਕਹਿੰਦਾ ਜੀ ਮੈਨੂੰ ਤਾਂ ਅਲਾਊਡ ਹੀ ਨਹੀਂ ਹੈ, ਮੈਂ ਥੈਲਾ ਦੇ ਨਹੀਂ ਸਕਦਾ। ਅਸੀਂ ਕਹਿੰਦੇ ਮੈਂ ਤਾਂ ਲੈ ਕੇ ਨਹੀਂ ਆਇਆ, ਮੇਰੇ ਕੋਲ ਹੈ ਨਹੀਂ। ਫਿਰ ਮਜਬੂਰੀਆਂ, ਫਿਰ ਮੰਗਦੇ ਹਾਂ, ਦਾएं ਬਾएं ਦੇਖਦੇ ਹਾਂ, ਵੇਖਦੇ ਹਾਂ ਭਾਈ ਕੋਈ ਜੁਗਾੜ ਕਰਦੇ, ਕੋਈ ਪ੍ਰਬੰਧ ਕਰਦੇ। ਯਾਦ ਰੱਖਣਾ, ਅਸਾਂ ਜੋ ਕੁਝ ਵੀ ਸੁਣਨਾ ਹੈ, ਜੋ ਕੁਝ ਵੀ ਦੇਖਣਾ ਹੈ, ਉਹ ਕਿਤੇ ਸਟੋਰ ਕਰਨਾ ਹੈ, ਗ੍ਰਹਿਣ ਕਰਨਾ ਹੈ। ਜਿਸ ਨੇ ਗ੍ਰਹਿਣ ਕਰਨਾ ਹੈ, ਜਿਸ ਪਲੇਟ ਦੇ ਉੱਤੇ ਸਭ ਕੁਝ ਟਿਕਣਾ ਹੈ, ਉਹ ਮਤ ਹੈ। ਮਤ ਦਾ ਨਾਮ ਗ੍ਰਹਿਣ ਕਰਨਾ ਹੈ, ਦੇਖਣਾ ਹੈ। ਜੇ ਮਤ ਹੈ ਤਾਂ ਗ੍ਰਹਿਣ ਹੋ ਜਾਏਗਾ, ਨਹੀਂ ਤਾਂ ਦੇਖਿਆ ਭੁੱਲ ਜਾਏ। ਸਿਆਣੇ ਮੰਨਦੇ ਨੇ ਆ ਜੋ ਵੀ ਦੇਖਿਆ ਅਤੇ ਸੁਣਿਆ, ਉਹਨਾਂ 'ਚੋਂ ਜਿਹੜਾ ਮਤ ਤੱਕ ਪਹੁੰਚ ਜਾਏਗਾ ਉਹ ਯਾਦਾਸ਼ਤ ਬਣ ਜਾਏਗਾ, ਅਤੇ ਜੋ ਮਤ ਤੱਕ ਨਹੀਂ ਪਹੁੰਚਿਆ ਉਹ ਯਾਦਾਸ਼ਤ ਵਿੱਚ ਨਹੀਂ ਆਏਗਾ। ਅਸੀਂ ਬਹੁਤ ਬੋਲ ਸੁਣਦੇ ਹਾਂ, ਸਾਰੇ ਯਾਦ ਥੋੜ੍ਹਾ ਰਹਿੰਦੇ ਨੇ। ਬਹੁਤ ਕੁਝ ਦੇਖੀਦਾ ਹੈ, ਸਾਰਾ ਯਾਦ ਥੋੜ੍ਹਾ ਰਹਿੰਦਾ ਹੈ। ਉਹਨਾਂ 'ਚੋਂ ਕੁਝ ਅੰਸ਼ਾਤਮਕ ਪੱਖ ਹੁੰਦੇ ਨੇ, ਜਿਹੜੀਆਂ ਚੀਜ਼ਾਂ ਮਤ ਦੀ ਪਲੇਟ ਤੱਕ, ਮਤ ਪਟਲ ਇਸੇ ਕਰਕੇ
ਸਾਨੂੰ ਇਹਨੂੰ ਅੰਤःਕਰਨ ਦਾ ਇੱਕ ਪਟਲ ਸ਼ਬਦ ਪਲੇ ਪਟਲ ਮਤਲਬ ਹੁੰਦਾ ਹੈ ਜਿਵੇਂ ਕੋਈ ਪੜਦਾ ਹੈ, ਜਿਵੇਂ ਕੋਈ ਪਲੇਟ ਹੈ, ਉੱਥੋਂ ਤੱਕ ਥੋੜ੍ਹੀਆਂ ਚੀਜ਼ਾਂ ਪਹੁੰਚਦੀਆਂ ਨੇ। ਦਾਰਸ਼ਨਿਕ ਲੋਕ ਮੰਨਦੇ ਨੇ ਕਿ ਜੇ ਤੁਸੀਂ 100 ਸ਼ਬਦ ਸੁਣਿਆ ਤੇ ਕੀ 100 ਦਾ 100 ਸ਼ਬਦ ਤੁਹਾਡੇ ਮੱਤ ਤੱਕ ਪਹੁੰਚ ਜਾਏਗਾ? ਹਰਗਿਜ਼ ਨਹੀਂ। 80 ਸ਼ਬਦ ਤੁਹਾਡੇ ਸੁਣੇ ਨਾ ਸੁਣੇ ਗਏ, ਹਵਾ ਛੁੱਟ ਗਏ। ਬਾ ਮੁਸ਼ਕਲ ਤੁਸੀਂ 20 ਬੋਲ ਸੁਣਦੇ ਹੋ। ਇੱਥੇ ਆਪਾਂ ਘੰਟਾ ਬੋਲਦੇ ਹਾਂ ਤੇ ਘੰਟਾ ਦਾ ਬੋਲਿਆ ਹੋਇਆ ਕਿ ਆਪ ਸਾਰਾ ਸੁਣ ਲੈਂਦੇ ਕਿ ਮਕਰਨਾ ਨਹੀਂ ਸੁਣ ਪਾਉਂਦੇ। ਟਾਈਮ ਉਸ ਵਕਤ ਸੁਣ ਰਹੇ ਹੁੰਦੇ ਆ ਜਦੋਂ ਬੈਠੇ ਹੁੰਦੇ ਆ, ਧਿਆਨ ਨਾਲ ਬੈਠੇ ਹੁੰਦੇ ਆ, ਉਸ ਵਕਤ ਸਭ ਸੁਣ ਰਹੇ ਹੁੰਦੇ ਆ। ਪਰ ਜਦੋਂ ਇੱਥੋਂ ਜਿਉਂ-ਜਿਉਂ ਟਾਈਮ ਨਿਕਲਦਾ ਹੈ, 5 ਮਿੰਟ 7 ਮਿੰਟ 10 ਮਿੰਟ 20 ਮਿੰਟ 50 ਮਿੰਟ 80 ਮਿੰਟ ਗੁਜ਼ਰ ਗਏ ਤੇ ਵਿੱਚੋਂ ਲਗਭਗ 80% ਤੋਂ ਜ਼ਿਆਦਾ ਸਕਿਪ ਹੋ ਜਾਂਦਾ। ਗੱਲਾਂ ਮੋਟੀਆਂ-ਮੋਟੀਆਂ 20% ਰਹਿ ਜਾਂਦੀਆਂ ਨੇ। ਉਹਦੇ ਵਿੱਚੋਂ ਅਗਾਂਹ ਜਾ ਕੇ ਗ੍ਰਹਿਣ ਹੋਣਾ ਹੈ, ਉਹਦੇ ਵਿੱਚੋਂ ਜਾ ਕੇ ਕਿਤੇ ਕੁਝ ਪ੍ਰਾਪਤੀ ਆਉਣੀਆਂ ਨੇ। ਉਹ ਜਿਸ ਨੇ ਪ੍ਰਾਪਤੀ ਕਰਨੀ ਹੈ ਉਹ ਮੱਤ ਹੈ, ਅਤੇ ਮੱਤ ਕਰਤੇ ਨੇ ਦਿੱਤੀ ਸਾਨੂੰ, ਜਨਮ ਦੇ ਨਾਲ ਦਿੱਤੀ ਹੈ। ਜੈਸੀ ਜੈਸੀ ਮੱਤ ਕਰਤੇ ਨੇ ਸਾਡੇ ਅੰਦਰ ਪਾ ਦਿੱਤੀ ਹੈ, ਅਸੀਂ ਉਹ ਜਿਹੀ ਵਸਤੂਆਂ ਨੂੰ ਗ੍ਰਹਿਣ ਕਰਨ ਲੱਗ ਪੈਂਦੇ ਹਾਂ। ਅਸਾਂ ਦੇ ਅੱਗੇ ਜੋ ਕਿ ਉਹਦੇ ਵਿੱਚ ਕੁਛ ਨਾ ਕੁਛ ਪਿੱਛੋਂ ਪੈ ਕੇ ਵੀ ਤਿਆਰ ਆ ਨਾ। ਅਸੀਂ ਪਹਿਲੀ ਵਾਰ ਮਨੁੱਖ ਤੇ ਬਣੇ ਨਹੀਂ ਹਾਂ, ਜਿੱਦਾਂ ਨਾ ਅਸੀਂ ਪਹਿਲੀ ਵਾਰ ਮਨੁੱਖ ਨਹੀਂ ਬਣੇ, ਪਤਾ ਨਹੀਂ ਕਿਤਨੀ ਵਾਰ ਬਣ ਚੁੱਕੇ ਹਾਂ। ਜਦੋਂ ਕਿਤਨੀ ਵਾਰ ਬਣ ਚੁੱਕੇ ਹਾਂ ਤਾਂ ਮੱਤ ਰੂਪੀ ਥੈਲੀ 'ਚ ਪਤਾ ਨਹੀਂ ਕਿਤਨਾ ਕੁਛ ਹੋਰ ਪਿਆ ਹੋਣਾ, ਉਹ ਵੀ ਸਾਡੇ ਨਾਲ ਚੱਲਣਾ ਹੈ, ਸਾਡੇ ਨਾਲ ਚੱਲਦਾ ਹੈ। ਉਹੀ ਸਾਡੀ ਆਦਤਾਂ ਨੂੰ ਮੱਤ ਵਿੱਚ ਪਿਆ ਹੋਇਆ, ਜਿਸ ਨੂੰ ਦਾਰਸ਼ਨਿਕ ਲੋਕ ਮੱਤ ਦੇ ਸੰਸਕਾਰ ਕਹਿੰਦੇ ਨੇ। ਅਤੇ ਜਿਹੜੇ ਅੱਜ ਥੋੜ੍ਹਾ ਜਿਹਾ ਹੋਰ ਸਟੱਡੀਆਂ ਕਰ ਰਹੇ ਨੇ ਮਨੋਵਿਗਿਆਨ ਦੇ ਨਾਲ ਵਿਗਿਆਨ ਨੂੰ ਜੋੜ ਕੇ, ਉਹ ਮੰਨਦੇ ਨੇ ਕਿ ਚੰਗੀਆਂ ਅਤੇ ਮੰਦੀਆਂ ਦੋਨੋਂ ਪ੍ਰਕਾਰ ਦੀਆਂ ਆਦਤਾਂ ਜੈਨੇਟਿਕ ਹੁੰਦੀਆਂ ਨੇ। ਮੰਨਦੇ ਨੇ ਸਾਰੇ ਜੈਨੇਟਿਕ ਨੇ, ਬਿਮਾਰੀਆਂ ਵੀ ਜੈਨੇਟਿਕ ਨੇ। ਅਸੀਂ ਮੰਨਦੇ ਨਾ ਅਗਰ ਨਾਨੀ ਦਾਦੀ ਦਾਦੇ ਨੂੰ ਸ਼ੂਗਰ ਹੈ ਤੇ ਅਗਾਂਹ ਤੀਸਰੀ ਪੀੜ੍ਹੀ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਬਰਕਰਾਰ ਹੈ। ਪੁੱਛੀ ਜੋ ਤੇ ਮਿਲਿਆ ਵੀ ਨਹੀਂ ਵਿਚਾਰਾ, ਇਹ ਤੀਸਰੀ ਪੀੜ੍ਹੀ ਬੱਚਾ ਤੇ ਇਹਨੇ ਨਾਨੀ ਦਾਦੀ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ ਕਈਆਂ ਨੇ, ਪਰ ਫਿਰ ਵੀ ਕਿਉਂਕਿ ਟਰੈਵਲ ਕਰਕੇ ਆਇਆ ਹੈ ਜੈਨੇਟਿਕ ਰੂਪ ਦੇ ਨਾਲ, ਇਹ ਉਹਨਾਂ 'ਚ ਜੋ ਅੰਸ਼ਾਤਮਕ ਸਰੀਰਕ ਪੱਖ ਵਰਤਦਾ ਰਿਹਾ ਉਹਦੇ ਵਿੱਚ ਚੱਲ ਰਿਹਾ। ਔਰ ਉਹਦੇ ਵਿੱਚ ਕੇਵਲ ਬਿਮਾਰੀਆਂ ਨਹੀਂ ਹੁੰਦੀਆਂ, ਅੱਛਾਈਆਂ ਵੀ ਹੁੰਦੀਆਂ ਨੇ। ਅਤ ਖਿਆਲ ਕਰਨਾ ਕਿ ਜੈਨੇਟਿਕ ਬਿਮਾਰੀਆਂ ਚੱਲਦੀਆਂ ਜੇ, ਜੈਨੇਟਿਕ ਅੱਛਾਈਆਂ ਦੀਆਂ ਆਦਤਾਂ ਵੀ ਚੱਲਦੀਆਂ, ਬੁਰਾਈਆਂ ਦੀਆਂ ਆਦਤਾਂ ਵੀ ਚੱਲਦੀਆਂ, ਸਰੀਰਕ ਰੋਗ ਵੀ ਚੱਲਦੇ ਨੇ, ਸਰੀਰਕ ਆਕਾਰ ਵੀ ਚੱਲਦੇ ਨੇ, ਸਰੀਰ ਦਾਗ ਵੀ ਚੱਲਦੇ ਨੇ, ਨਿਸ਼ਾਨ ਵੀ ਚੱਲਦੇ ਨੇ। ਬਹੁਤ ਕੁਝ ਹੈ ਜੋ ਸਾਡਾ ਆਦਰਸ਼ ਮੰਡਲ ਵਿੱਚ ਵਿਚਰ ਰਿਹਾ ਹੈ। ਇਸ ਨੂੰ ਸਿਆਣੇ ਸੰਸਕਾਰਾਂ ਦੇ ਰੂਪ ਦੇਖਦੇ ਨੇ ਅਤੇ ਇਹ ਦਾਤ ਹੈ, ਦਾਤੇ ਦੀ। ਸਾਨੂੰ ਗੁਰੂ ਨਾਨਕ ਕਹਿੰਦੇ ਇਹ ਤੇ ਦਾਤੇ ਦੀ ਦਾਤ ਜਿੱਤੇ ਤੇਰਾ ਜ਼ੋਰ ਨਹੀਂ ਹੈ। ਅੱਜ ਬੜਾ ਪਿਆਰਾ ਜਿਹਾ ਬਚਨ ਹੈ ਜਿਹਦੀ ਗੱਲ ਕਹਿ ਕੇ ਆਪਾਂ ਅੱਗੇ ਚੱਲਣਾ ਹੈ। ਜੋ ਹਰ ਮੱਤ ਦੇ, ਜੋ ਵਾਹਿਗੁਰੂ ਜੀ ਮੱਤ ਦਿੰਦੇ ਨੇ। ਅਤੇ ਵਾਹਿਗੁਰੂ ਜੀ ਨੇ ਮੱਤ ਕਿਹੜੀ ਦਿੱਤੀ ਹੈ? ਜੇ ਪਿਛਲੇ ਸਾਡਾ ਸਭ ਕੁਝ ਸਲਸਲਾ ਰਿਹਾ, ਕੁਝ ਸਾਡੇ ਕਰਮ ਵੀ ਰਹੇ ਹੋਣਗੇ, ਉਹ ਸਾਡੇ ਚੰਗੇ ਅਤੇ ਮੰਦੇ ਕਰਮਾਂ ਦੇ ਸੰਸਕਾਰਾਂ ਦਾ ਜੋ ਬੀਜ ਮਾਤਰ ਹੈ ਉਹ ਸਾਡੀ ਸੁਰਤ ਵਿੱਚ ਹੈ। ਇਸੇ ਕਰਕੇ ਜਨਮਦੇ ਹੀ ਬਾਲਕਾਂ ਦੇ ਸੁਭਾਅ ਅਲੱਗ-ਅਲੱਗ ਹੁੰਦੇ ਨੇ। ਅਸੀਂ ਆਪਣੇ ਘਰਾਂ 'ਚ ਦੇਖਦੇ ਹਾਂ ਨਾ, ਬਾਲਕਾਂ ਦੇ ਜਨਮਦਿਆਂ ਦੇ ਹੀ ਸੁਭਾਅ ਅਲੱਗ-ਅਲੱਗ ਨੇ। ਅਜੇ ਥੋੜ੍ਹੇ ਦਿਨਾਂ ਦੇ ਹੁੰਦੇ ਨੇ ਅਤੇ ਉਹਨਾਂ ਦੇ ਸੁਭਾਵਾਂ 'ਚੋਂ ਪਤਾ ਲੱਗਣ ਲੱਗ ਪੈਂਦਾ ਇਹ ਤਾਂ ਗੁੱਸੇ ਵਾਲਾ ਹੈ ਜੀ, ਇਹ ਤਾਂ ਖਿਜਖਿਜਾਹਟ ਵਾਲਾ ਹੈ, ਇਹ ਤਾਂ ਚਿੜਚਿੜਾ ਹੈ, ਇਹ ਤਾਂ ਬੜਾ ਆਨੰਦਿਤ ਹੈ, ਬੜਾ ਮਸਤ ਹੈ। ਅਤੇ ਜੇ ਕਿਤੇ ਥੋੜ੍ਹਾ ਜਿਹਾ ਆਪਣੇ ਘਰ ਪਰਿਵਾਰ 'ਚ ਆਪਣੇ ਬਾਲਕਾਂ ਬੱਚਿਆਂ ਬਾਰੇ ਧਿਆਨ ਕਰੀਏ ਅਤੇ ਲਗਭਗ ਪਹਿਲੇ 2.5 ਸਾਲ ਤੋਂ ਪਹਿਲਾਂ ਸਾਨੂੰ ਆਪਣੇ ਬੱਚੇ ਦੇ ਬਹੁਤ ਕੁਝ ਦਰਸ਼ਨ ਹੋ ਜਾਂਦੇ ਨੇ। ਪਰ ਆਮ ਤੌਰ 'ਤੇ ਬਹੁਤਾਤ ਵਿੱਚ ਮਾਪੇ ਨਾਦਾਨ ਹੁੰਦੇ ਨੇ, ਕੱਚੀਆਂ ਮਾਪਿਆਂ ਦੀ ਉਮਰਾਂ ਹੁੰਦੀਆਂ ਨੇ ਅਤੇ ਉਹ ਪਕੜ ਹੀ ਨਹੀਂ ਪਾਉਂਦੇ ਕਿ ਬੱਚੇ ਦੀ 2.5 ਸਾਲ ਦੀ ਉਮਰ ਦਾ ਦਰਸ਼ਨ ਸਰੂਪ ਕੀ ਸੀ। ਇਸ ਕਰਕੇ ਅਸੀਂ ਉਹਦੀ ਬਿਹਤਰੀਨ ਘਾੜਤ ਨਹੀਂ ਕੱਢ ਪਾ ਰਹੇ ਹੁੰਦੇ। ਉਹ ਸਮਾਂ ਹੁੰਦਾ ਹੈ ਬੱਚੇ ਦੇ ਸੁਭਾਅ ਨੂੰ ਵੇਖ ਕੇ, ਜਿੱਥੋਂ ਵਿਦੇਸ਼ੀ ਲੋਕਾਂ ਨੇ ਅਤੇ ਸਾਡੇ ਪ੍ਰਾਚੀਨ ਲੋਕਾਂ ਨੇ ਥੋੜ੍ਹਾ ਕੰਮ ਕੀਤੇ ਇਹਨਾਂ 'ਤੇ, ਪਰ ਸਮੇਂ ਦੇ ਹੁਣ ਦੌਰ ਦੇ ਨਾਲ ਸਾਡੇ 'ਚੋਂ ਸਕਿਪ ਹੋ ਗਈਆਂ, ਜੋ ਅਸੀਂ ਬਹੁਤ ਭੱਜ ਨੱਠ ਵਿੱਚ ਪੈ ਗਏ ਅਤੇ ਚੀਜ਼ਾਂ ਅਸੀਂ ਭੁਲਾ ਬੈਠੇ। ਪੁਰਾਣੇ ਗੁਰੂਕੁਲ ਜਿਹੜੇ ਸੀ ਉਹ ਪਹਿਲੇ ਕੁਝ 1.5-2 ਸਾਲ
जो बच्चे 2.5 ਤੋਂ ਲੈ ਕੇ 4 ਸਾਲ ਤੱਕ ਦੀ ਉਮਰ ਹੁੰਦੀ ਸੀ, ਉਹ ਬੱਚੇ ਦੇ ਸੁਭਾਅ ਨੂੰ ਦੇਖਦੇ ਸੀ। ਬੱਚੇ ਦੇ ਸੁਭਾਅ ਨੂੰ, ਬੱਚੇ ਦੀ ਪਕੜ ਨੂੰ ਦੇਖ ਕੇ ਫਿਰ ਉਸ ਨੂੰ ਵੈਸੀ ਵਿਦਿਆ ਦੇ ਵਿੱਚ ਪਾ ਦੇਣਾ। ਅੱਜ ਜੋ ਕਿੰਡਰਗਾਰਡਨ ਜੋ ਆਪਾਂ KG ਆਪਾਂ ਅੱਜ ਕੱਲ੍ਹ ਸਾਡੇ ਕੋਲ ਜਮਾਤ ਹੀ ਬਣ ਗਈ KG ਜੀ, 8-7 ਮਹੀਨੇ KG 'ਚ ਪੜ੍ਹਦਾ ਹੈ ਜੀ। ਜਦ ਹੁਣ ਇੱਕ ਸਿਸਟਮ ਹੈ ਐਜੂਕੇਸ਼ਨ ਦਾ ਜਿਹਦੇ ਵਿੱਚ ਪੜ੍ਹਾਇਆ ਕੁਝ ਨਹੀਂ ਜਾਣਾ, ਸਿਰਫ ਵਾਚ ਕੀਤਾ ਜਾਣਾ। ਬੱਚੇ ਦੇ ਅੰਦਰ ਕੀ ਹੈ ਉਹ ਕੱਢਣਾ ਹੈ, ਅਤੇ ਹੌਲੀ ਹੌਲੀ ਜਦੋਂ ਨਿਕਲਦਾ ਹੈ ਬਾਹਰ ਅਤੇ ਫਿਰ ਅਧਿਆਪਕ ਉਸ ਨੂੰ ਸਰਾਹ 'ਤੇ ਤੋਰ ਦਿੰਦੇ ਵੀ ਇਹਦੇ ਬੱਚੇ ਦੇ ਅੰਦਰ ਆਹ ਮੂਲ ਪ੍ਰਕਿਰਤੀ, ਮੂਲ ਸੁਭਾਅ ਕਰਤੇ ਨੇ ਪਾਏ ਨੇ। ਅਸੀਂ ਵੇਖਿਆ ਹੋਣਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਗੁਰੂ ਨਾਨਕ ਸਿੱਖੀ ਦੇ ਦਾਇਰੇ ਦਾ ਇੱਕ ਵੱਡਾ ਘਰ ਹੈ। ਉਹ ਮੰਨਦੇ ਨੇ ਗੁਰੂ ਰਾਮਦਾਸ ਦਾ ਘਰ ਬਹੁਤ ਵੱਡਾ ਹੈ, ਅਤੇ ਗੁਰੂ ਰਾਮਦਾਸ ਦੇ ਇਸ ਵੱਡੇ ਘਰ ਦੇ ਵਿੱਚ 3 ਸੁਭਾਅ ਵਰਤਦੇ ਨੇ। 3 ਸਾਹਿਬਜ਼ਾਦਿਆਂ ਦੇ ਰੂਪ ਵਿੱਚ ਰਾਮਦਾਸ ਮਹਾਰਾਜ ਜੀ ਦੇ 3 ਪੁੱਤਰ ਨੇ ਨਾ, ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ, ਜੋ ਕਿ ਜਾ ਕੇ ਗੁਰੂ ਅਰਜਨ ਦੇਵ ਬਣਦੇ ਨੇ। ਇਹ 3 ਬਾਲਕ ਹੀ ਨਹੀਂ ਗਏ, 3 ਸੁਭਾਅ ਨੇ। ਸਾਨੂੰ ਸਮਝਣਾ ਹੈ ਇਹਨਾਂ ਤਿੰਨਾਂ ਦੀ ਬਹੁਤਾਤ ਸੰਸਾਰ ਵਿੱਚ ਹੈ। ਪ੍ਰਿਥੀ ਚੰਦ ਹੈ ਤੇ ਪੁੱਤਰ ਹੀ ਨਾ, ਪਿਤਾ ਵੀ ਗੁਰੂ ਨੇ, ਨਾਨਾ ਵੀ ਗੁਰੂ ਨੇ, ਮਾਤਾ ਵੀ ਉਹੀ ਭਾਨੀ ਹੈ, ਲੇਕਿਨ ਪ੍ਰਿਥੀ ਚੰਦ ਦਾ ਸੁਭਾਅ ਕੁਛ ਹੋਰ ਹੈ। ਅਸੀਂ ਸੁਭਾਅ ਕਿੱਥੋਂ ਆਇਆ? ਉਹਦੇ ਆਪਣੇ ਜੋ ਮਤ ਕਰਤੇ, ਅਤੇ ਆਪਾਂ ਇਹਨਾਂ ਗੱਲ ਕਹਿ ਦੇ ਜੋ ਕਰਤੇ ਨੇ ਮਤ ਸੁਭਾਅ ਪਾ ਕੇ ਦਿੱਤਾ। ਪ੍ਰਿਥੀ ਚੰਦ ਆਪਣਾ, ਬਾਬਾ ਮਹਾਦੇਵ ਜੀ ਦਾ ਆਪਣਾ, ਅਤੇ ਗੁਰੂ ਅਰਜਨ ਦੇਵ ਜੀ ਦਾ ਆਪਣਾ। ਤਿੰਨਾਂ ਦੇ ਸੁਭਾਅ ਇੱਕੋ ਹੀ, ਮਾਤਾ ਪਿਤਾ ਸਭ ਕੁਛ ਇੱਕ ਹੈ, ਪਰ ਸੁਭਾਅ ਇੱਕ ਨਹੀਂ ਹੈ। ਮੂਲ ਸੁਭਾਅ ਸਭ ਦਾ ਅਲੱਗ ਅਲੱਗ ਹੈ। ਇਹੀ ਮਤ ਕਰਤਾ ਦਿੰਦਾ ਹੈ। ਸਾਡੇ ਸਾਰਿਆਂ ਦੇ ਮੂਲ ਸੁਭਾਅ ਸਭ ਦੇ ਅਲੱਗ ਅਲੱਗ ਨੇ, ਔਰ ਅਸੀਂ ਜਦੋਂ ਇੱਕ ਦੂਜੇ ਦੇ ਮੂਲ ਸੁਭਾਅ ਨੂੰ ਸਮਝ ਲੈਂਦੇ ਹਾਂ ਫਿਰ ਕਲੇਸ਼ ਮੁੱਕ ਜਾਂਦਾ ਹੈ। ਅਤੇ ਜਿੰਨਾ ਚਿਰ ਅਸੀਂ ਇੱਕ ਦੂਜੇ ਦੇ ਇਸ ਮੂਲ ਸੁਭਾਅ ਨੂੰ ਨਹੀਂ ਸਮਝਦੇ, ਉਹਨਾਂ ਚਿਰ ਸਾਡਾ ਕਲੇਸ਼ ਬਰਕਰਾਰ ਰਹਿੰਦਾ ਹੈ। ਅਸੀਂ ਕਹਿੰਦੇ ਰਹਿੰਦੇ ਹਾਂ ਪਤਾ ਨਹੀਂ ਇਹ ਗੱਲ ਸਾਡੀ ਕਿਉਂ ਨਹੀਂ ਸੁਣਦੇ, ਇਹ ਕਿਉਂ ਨਹੀਂ ਮੰਨਦਾ, ਕਿਉਂ ਨਹੀਂ ਸੁਣਦਾ। ਬਈ ਨਹੀਂ ਸੁਣ ਸਕਦਾ ਜਾਂ ਸੁਣ ਸਕਦਾ ਹੈ। ਜੈਸਾ ਮੂਲ ਸੁਭਾਅ ਕਰਤਾ ਪੁਰਖ ਨੇ ਜਨਮ ਦੇ ਨਾਲ ਉਹਨੂੰ ਦਿੱਤਾ ਹੈ, ਉਹਦੀ ਤਾਂ ਮਜਬੂਰੀ ਹੈ, ਉਹਨੇ ਉਸੇ ਸੁਭਾਅ ਦੇ ਮੁਤਾਬਕ ਹੀ ਕਰਮ ਕਰਨਾ ਹੈ। ਹੁਣ ਸਾਰੀ ਉਮਰ ਪ੍ਰਿਥੀ ਚੰਦ ਨੇ ਆਪਣੇ ਸੁਭਾਅ ਮੁਤਾਬਕ ਹੀ ਕਰਮ ਕੀਤਾ ਹੈ ਨਾ। ਕੀ ਗੁਰੂ ਅਰਜਨ ਦੇਵ ਜੀ ਪ੍ਰਿਥੀ ਚੰਦ ਨੂੰ ਨਹੀਂ ਸਮਝਾ ਪਾਏ? ਦੁਨੀਆ ਸਾਰੀ ਆ ਕੇ ਸਿੱਖ ਗਈ। ਰਾਮਦਾਸ ਮਹਾਰਾਜ ਜੀ ਦੇ ਉਪਦੇਸ਼ ਨੂੰ ਦੁਨੀਆ ਨੇ ਮੰਨ ਲਿਆ, ਸਕੇ ਪੁੱਤਰ ਨੇ ਨਹੀਂ ਮੰਨਿਆ। ਅਮਰਦਾਸ ਮਹਾਰਾਜ ਨਾਨਾ ਜੀ ਨੇ ਸਭ ਤੋਂ ਵੱਧ ਸਮਾਂ ਨਾਨਾ ਜੀ ਦੇ ਕੋਲ ਪ੍ਰਿਥੀ ਚੰਦ ਨੂੰ ਰਹਿਣ ਦਾ ਵਕਤ ਮਿਲਿਆ, ਪਰ ਫਿਰ ਵੀ ਉਸਨੇ ਗੁਰੂ ਕੀ ਗੱਲ ਨਾ ਸੁਣੀ ਨਾ ਮੰਨੀ, ਕਿਉਂਕਿ ਕਹਿਣਾ ਪਏਗਾ ਕਰਤੇ ਨੇ ਉਹਦੇ ਅੰਦਰ ਮੱਤ ਰੂਪੀ ਥੈਲੀ ਦੇ ਵਿੱਚ ਕੁਛ ਹੋਰ ਪਾ ਕੇ ਭੇਜ ਦਿੱਤਾ। ਇਸੇ ਤਰ੍ਹਾਂ ਧੀਰਮਲ ਦੀ ਮੱਤ ਥੈਲੀ 'ਚ ਕੁਛ ਹੋਰ ਪਾ ਕੇ ਭੇਜ ਦਿੱਤਾ, ਰਾਮ ਰਾਏ ਦੀ ਮੱਤ ਰੂਪੀ ਥੈਲੀ 'ਚ ਕੁਛ ਹੋਰ ਪਾ ਕੇ ਭੇਜ ਦਿੱਤਾ, ਸਾਡੀ ਸਾਰਿਆਂ ਦੀ ਮੱਤ ਰੂਪੀ ਥੈਲੀ 'ਚ ਕੁਛ ਹੋਰ ਪਾ ਕੇ ਭੇਜ ਦਿੱਤਾ ਹੈ। ਹਾਂ, ਇਹਦੇ ਵਿੱਚ ਅਸਾਂ ਕੁਛ ਪਾਉਣਾ ਵੀ ਹੈ, ਇਸੇ ਮੱਤ ਰੂਪੀ ਥੈਲੀ 'ਚ ਅਸਾਂ ਵੀ ਕੁਝ ਪਾਉਣਾ ਹੈ। ਅਤੇ ਅਸਾਂ ਕੀ ਪਾਉਣਾ ਹੈ? ਮੱਤ ਵਿੱਚ ਰਤਨ, ਜਵਾਹਰ, ਮਾਣਿਕ ਅਸਾਂ ਇਹ ਪਾਉਣੇ ਨੇ। ਸ਼੍ਰੇਸ਼ਟਤਾ ਨੂੰ ਚੁਣਨਾ ਹੈ। ਕਰਿਆ ਕਰੀਏ। ਇੱਥੇ ਬੈਠੇ ਕਿਉਂ ਬੈਠੇ ਆ? ਇਹ ਚੰਗੀਆਂ ਗੱਲਾਂ, ਚੰਗੇ ਉਪਦੇਸ਼, ਚੰਬਾਣੀ ਨੂੰ ਚੁਣ ਚੁਣ ਕੇ ਜਿਤਨੇ ਤੁਕਾਂ ਸਮਝ ਆ ਸਕਣ, ਜਿਤਨੀਆਂ ਵਿਚਾਰਾਂ ਪਕੜ ਆ ਸਕਣ, ਅਸੀਂ ਆਪਣੀ ਮੱਤ ਰੂਪੀ ਥੈਲੀ ਚੱਕ ਕੇ ਨਾ ਹਿਰਦੇ ਸਾਂਭ ਲਓ। ਪਾਉਣਾ ਹੈ, ਸਾਂਭਣਾ ਹੈ। ਹੌਲੀ ਹੌਲੀ ਇਹਨਾਂ ਦਾ ਬਹੁਤਾਤ ਹੋ ਜਾਏਗੀ ਅਤੇ ਆਪੇ ਮੰਦੀਆਂ ਚੀਜ਼ਾਂ ਘੱਟ ਜਾਣਗੀਆਂ। ਤੀਸਰੇ ਪਾਤਸ਼ਾਹ ਸਾਹਿਬ ਅਤੇ ਦੂਸਰੇ ਪਾਤਸ਼ਾਹ ਸਾਹਿਬ ਦਾ ਇੱਕ ਛੋਟਾ ਜਿਹਾ ਸੰਵਾਦ ਬੜਾ ਪ੍ਰਸਿੱਧ ਹੈ ਇਸ ਮੰਡਲ 'ਚ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੋਈ ਬਚਨ ਸਾਂਝਾ ਕੀਤਾ। ਅਮਰਦਾਸ ਬਾਬਾ ਜੀ ਕੋਲ ਬੈਠੇ ਨੇ, ਬਚਨ ਸਾਂਝਾ ਹੋ ਗਿਆ, ਚੰਗਾ ਲੱਗਾ। ਕਹਿਣ ਲੱਗੇ ਮਹਾਰਾਜ ਇੱਕ ਪਲ ਰੁਕਣਾ। ਦੂਸਰੇ ਪਾਤਸ਼ਾਹ ਕਹਿਣ ਲੱਗੇ ਕੀ ਕਰਨਾ ਜੇ, ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ ਮੈਂ ਕਲਮ ਕਾਗਜ਼ ਲੈਵਾਂ, ਦਰਜ ਕਰ ਲਾਂ। ਅਮਰਦਾਸ ਬਾਬਾ ਜੀ ਚੂँਕਿ ਪੜ੍ਹੇ ਲਿਖੇ ਸਨ, ਕਾਰ ਵਿਹਾਰੀ ਸਨ, ਅਤੇ ਹਰ ਚੀਜ਼ਾਂ ਨੂੰ ਨੋਟ ਕਰਨ ਦੇ, ਜਿਵੇਂ ਵਪਾਰੀ ਨੂੰ ਹੁਣ ਪਤਾ ਹੀ ਵੀ ਦਿੱਤਾ ਲਿਆ ਕਿ ਹਰ ਪਲ ਡਾਇਰੀ ਆਪਣੀ ਕਾਪੀ 'ਤੇ ਲਿਖਣਾ। ਕਹਿਣ ਲੱਗੇ ਮਹਾਰਾਜ ਬਚਨ ਮੈਂ ਲਿਖ ਲਵਾਂ। ਸਤਿਗੁਰੂ ਦੂਸਰੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਜੋ ਕਾਗਜ਼ 'ਤੇ ਲਿਖ ਲਓਗੇ ਕਾਗਜ਼ ਗਲੇਗਾ ਨਹੀਂ, ਕਾਗਜ਼ 'ਤੇ ਪੁਰਾਣਾ ਹੋ ਕੇ ਪਟ ਜਾਏਗਾ।
ਕਾਗਜ਼ ਨੂੰ ਕਦੋਂ ਤੱਕ ਸਾਂਭ ਕੇ ਰੱਖੋਗੇ? ਵੀ ਬਾਬਾ ਅਮਰਦਾਸ ਚੁੱਪ ਕਰ ਗਏ, ਕਿਉਂਕਿ ਮਹਾਰਾਜ ਨੇ ਕੋਈ ਟਿੱਪਣੀ ਕਰਤੀ। ਤੇ ਸਿਆਣਪ ਇਹ ਹੁੰਦੀ ਕਿ ਜਦੋਂ ਵੱਡਾ ਕੋਈ ਬੋਲੇ ਸਾਨੂੰ ਚੁੱਪ ਕਰਕੇ ਸਮਝਣਾ ਚਾਹੀਦਾ ਕਿ ਉਹ ਕੁਝ ਹੋਰ ਅਗਲੇ ਲੈਵਲ ਦੀ ਗੱਲ ਸਮਝਾਉਣਾ ਚਾਹੁੰਦੇ ਨੇ। ਜਦੋਂ ਚੁੱਪ ਕਰ ਗਏ ਤੇ ਕਹਿਣ ਲੱਗੇ, ਪੁਰਖਾ ਕਾਗਜ਼ 'ਤੇ ਲਿਖੀਆਂ ਗੱਲਾਂ ਤੇ ਮਿਟ ਜਾਣਗੀਆਂ, ਕੁਝ ਗੱਲਾਂ ਦਿਲ 'ਤੇ ਲਿਖ ਲੈਣੀਆਂ ਚਾਹੀਦੀਆਂ ਨੇ। ਸਾਨੂੰ ਸਾਰਿਆਂ ਨੂੰ, ਅਸੀਂ ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਡਾਇਰੀਆਂ 'ਚ ਨੋਟ ਕਰ ਕਰਕੇ ਰੱਖਿਆ ਹੋਣਾ, ਬਹੁਤ ਲੋਕਾਂ ਨੂੰ ਜ਼ਬਾਨ ਦਾ ਨੋਟ ਤਿਆਰ ਕਰਕੇ ਯਾਦ ਰੱਖਣਾ। ਕਾਗਜ਼ 'ਤੇ ਲਿਖੀਆਂ ਗੱਲਾਂ 'ਤੇ ਭੁੱਲ ਵੀ ਜਾਵਾਂਗੇ। ਬਹੁਤ ਸਾਰੇ ਅਸੀਂ ਡਾਇਰੀ 'ਤੇ ਨੋਟ ਕਰ ਕਰਕੇ 20-20 30-30 ਸਾਲ ਪੁਰਾਣੇ ਨੋਟ ਤਿਆਰ ਕਰਕੇ ਰੱਖੇ ਨੇ, ਅਲਮਾਰੀ 'ਚ ਪਈ ਡਾਇਰੀ। ਕਦੇ ਕਦਾਈ ਡਾਇਰੀ ਚੁੱਕੀ, ਪੜ੍ਹ ਲਈ ਤੇ ਨੋਟ ਪੜ੍ਹ ਲਿਆ, ਨਹੀਂ ਤਾਂ ਰੱਖਿਆ ਪਿਆ। ਪਰ ਜਿਹੜੀ ਗੱਲ ਦਿਲ 'ਤੇ ਲਿਖੀ ਗਈ ਹੈ ਉਹ ਅੱਜ ਵੀ ਯਾਦ ਹੈ, ਵਰਤੋਂ 'ਚ ਵੀ ਆਉਂਦੀ ਹੈ। ਉਹ ਗੱਲ ਚੰਗੀ ਹੋਵੇ ਤੇ ਭਾਵੇਂ ਮੰਦੀ ਹੋਵੇ, ਚੰਗੀਆਂ ਗੱਲਾਂ ਸਾਂਭ ਲਈਏ, ਕਿਉਂਕਿ ਮੱਤ ਵਿੱਚ ਤੇ ਕਰਤੇ ਨੇ ਕੁਛ ਨਾ ਕੁਛ ਤੇ ਪਾ ਕੇ ਦਿੱਤਾ ਹੈ। ਜੋ ਹਰ ਮੱਤ ਦੇ, ਜੋ ਵਾਹਿਗੁਰੂ ਜੀ ਜਨਮ ਦੇ ਨਾਲ ਸਾਨੂੰ ਮੱਤ ਦਿੰਦੇ ਨੇ, ਸਾ ਉਪਜੈ। ਸਮਾਂ ਪਾ ਕੇ ਉਸੇ ਮੱਤ ਨੇ ਪ੍ਰਗਟ ਹੋਣਾ ਹੁੰਦਾ ਹੈ। ਸਮਾਂ ਪਾ ਕੇ ਉਹੀ ਸੁਭਾਅ ਪ੍ਰਗਟ ਹੋਣਾ ਹੁੰਦਾ ਹੈ। ਸਮਾਂ ਪਾ ਕੇ ਉਹੀ ਸਭ ਕੁਝ ਨਿਕਲਦਾ। ਜੋ ਬੀਜ ਸਾਡੇ ਅੰਦਰ ਪਏ ਨੇ, ਵਿਚਾਰਕ ਬੀਜ, ਸੰਕਲਪਾਂ ਦੇ ਬੀਜ, ਵਿਚਾਰਾਂ ਦੇ ਬੀਜ, ਉਹਨਾਂ ਨੇ ਹੀ ਉਗਣਾ ਹੈ, ਉਹਨਾਂ ਨੇ ਪ੍ਰਗਟ ਹੋਣਾ ਹੈ। ਹੋਰ ਮਤ ਨਾ ਕਾਈ ਰਾਮ, ਹੋਰ ਕੋਈ ਮਤ ਨਹੀਂ ਜੇ ਕੰਮ ਕਰਦੇ, ਹੋਰ ਮਤ ਹੁੰਦੀ ਕੋਈ ਨਹੀਂ। ਜੋ ਬੀਜ ਪਏ ਨੇ, ਕਰਤੇ ਨੇ ਪਾਏ ਨੇ, ਪਿੱਛੋਂ ਪੈ ਕੇ ਆਏ ਨੇ, ਕੁਝ ਸਾਡੇ ਕਰਮਾਂ ਦੇ ਨੇ। ਕਿਉਂਕਿ ਕਰਤਾ ਆਪਣੇ ਕੋਲ ਬਹੁਤ ਘੱਟ ਚੀਜ਼ਾਂ ਦਿੰਦੇ, ਉਹਨਾਂ ਆਪਣੇ ਕੋਲੋਂ ਜੋ ਦਿੱਤਾ ਤੇ ਨਿਰਮਲਤਾ ਹੈ, ਪਵਿੱਤਰਤਾ ਹੈ, ਬਿਲਕੁਲ ਖਾਲੀ ਭਾਂਡਾ, ਸਾਫ ਸ਼ੁੱਧ ਨਿਰਮਲ ਦਿੱਤਾ ਹੈ। ਇਹਦੇ 'ਚ ਅਸਾਂ ਤੁਸਾਂ ਬਹੁਤ ਕੁਝ ਸੰਸਾਰ ਤੋਂ ਪਾ ਰੱਖੇ ਹੈ। ਉਹਦੇ ਅੰਸ਼ਾਤਮਕ ਬੀਜ ਸਾਡੇ ਅੰਦਰ ਚੱਲ ਰਹੇ ਨੇ, ਉਹੀ ਸਮੇਂ-ਸਮੇਂ ਉਗ ਰਹੇ ਨੇ, ਪ੍ਰਗਟ ਹੋਣ। ਇਸੇ ਕਰਕੇ ਗੁਰਦੇਵ ਕਿਰਪਾ ਕਰਨ, ਅਸੀਂ ਆਪਣੀ ਮੱਤ ਵਿੱਚ ਚੰਗੀਆਂ ਗੱਲਾਂ ਦਾ ਸੰਚਨ ਕਰੀਏ, ਚੰਗੀਆਂ ਗੱਲਾਂ ਗ੍ਰਹਿਣ ਕਰਾਂਗੇ, ਚੰਗੀਆਂ ਗੱਲਾਂ ਮੱਤ ਦੀ ਥੈਲੀ 'ਚ ਪੈਣਗੀਆਂ, ਤੇ ਫਿਰ ਮਨ ਉਹਨਾਂ ਗੱਲਾਂ ਨੂੰ ਅਨੁਕੂਲ ਹੋ ਜਾਏਗਾ, ਉਹਨਾਂ ਗੱਲਾਂ ਦਾ ਦੁਬਾਰਾ ਦੁਹਰਾਵ ਕਰੇਗਾ। ਮਨ 'ਤੇ ਨਕਲ ਕਰਦਾ ਹੈ ਉਹਨਾਂ ਸਾਰੀਆਂ ਗੱਲਾਂ ਦਾ, ਉਹਨਾਂ ਸਾਰੇ ਵਿਚਾਰਾਂ ਦਾ ਜੋ ਮੱਤ ਕੋਲ ਹੁੰਦੀਆਂ ਨੇ। ਜੇ ਚੰਗੀਆਂ ਹੋਣ ਤੇ ਮਨ ਚੰਗੇ ਕੰਮ ਕਰਨ ਲੱਗ ਪੈਂਦਾ, ਜੇ ਮੰਦੀਆਂ ਹੋਣ ਤੇ ਮਨ ਮੰਦੇ ਕੰਮ ਕਰਨ ਲੱਗ ਪੈਂਦਾ। ਅਸੀਂ ਐਸਾ ਕਰ ਸਕੀ। ਬੇਨਤੀ ਕਰਾਂ ਕਿ ਅੱਜ ਵੀ ਜੋ ਹਰ ਮਹੀਨੇ ਆਪ ਜੀ ਸਹਿ